ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਫਿਰ ਤੋਂ ਸਵਾਗਤ ਹੈ। ਆਓ ਇਲੈਕਟ੍ਰੀਸ਼ੀਅਨ ਟ੍ਰੇਡ ਦੇ ਮੋਡਿਊਲ ਦੇ ਨਾਲ ਜਾਰੀ ਰੱਖਦੇ ਹਾਂ। ਮੇਰਾ ਨਾਮ ਅਨੀਸ਼ਾ ਹੈ ਅਤੇ ਨਿੰਮੀ ਦੇ ਸਥਾਨ ਤੇ ਮੈਂ ਤੁਹਾਨੂੰ ਵੱਖ-ਵੱਖ ਲੋਡ ਅਤੇ ਪਾਵਰ ਫੈਕਟਰਸ ਦਾ ਸਿੰਗਲ ਫੇਸ ਟਰਾਂਸਫਾਰਮਰ ਦੀ ਵੋਲਟੇਜ ਰੈਗੂਲੇਸ਼ਨ ਨੂੰ ਤੈਅ ਕਰਨ ਦੀ ਐਕਸਰਸਾਈਜ਼ ਸੰਬੰਧਿਤ ਜਾਣਕਾਰੀ ਦੇਵਾਂਗੀ। ਅਸੀਂ ਸਭ ਨੇ ਸਾਡੇ ਸਥਾਨਾਂ ਦੇ ਕੋਲ ਟਰਾਂਸਫਾਰਮਰ ਦੇਖਿਆ ਹੈ, ਪਰ ਕੀ ਅਸੀਂ ਜਾਣਦੇ ਹਾਂ ਕਿ ਕਿਵੇਂ ਟਰਾਂਸਫਾਰਮਰ ਸਪੈਸੀਫਿਕੇਸ਼ਨ ਪੜ੍ਹਦੇ ਹਾਂ? ਉਸ ਦੀ ਵੋਲਟੇਜ ਅਤੇ ਪਾਵਰ ਫੈਕਟਰ ਦੀ ਗਣਨਾ ਕਰਨ ਦੇ ਲਈ ਕਿੱਦਾਂ ਉਪਕਰਨ ਦਾ ਇਸਤੇਮਾਲ ਹੁੰਦਾ ਹੈ? ਇੱਥੇ ਅਸੀਂ ਇਸ ਬਾਰੇ ਸਿੱਖਾਂਗੇ। ਇਸ ਐਕਸਰਸਾਈਜ਼ ਦੇ ਪੂਰਾ ਹੋਣ ਤੇ ਤੁਸੀਂ ਇਹ ਕਰ ਸਕੋਗੇ। ਵੱਖ-ਵੱਖ ਲੋਡ ਦੇ ਲਈ ਵੋਲਟੇਜ ਅਤੇ ਪਾਵਰ ਫੈਕਟਰ ਨੂੰ ਮਾਪਣ ਦੇ ਲਈ ਯੋਗ ਸਾਧਨਾਂ ਦੇ ਨਾਲ ਟਰਾਂਸਫਾਰਮਰ ਨੂੰ ਕਨੈਕਟ ਕਰੋ। ਪ੍ਰਾਇਮਰੀ ਅਤੇ ਸੈਕੰਡਰੀ ਸਾਈਡ ਦੇ ਵਿੱਚ ਸਾਧਨਾਂ ਦੀ ਰੀਡਿੰਗ ਤੋਂ ਸਿੰਗਲ ਫੇਸ ਟਰਾਂਸਫਾਰਮਰ ਦੇ ਪਰਸੈਂਟੇਜ ਰੈਗੂਲੇਸ਼ਨ ਦੀ ਗਣਨਾ ਕਰੋ। ਇਹ ਯਕੀਨੀ ਬਣਾਓ ਕਿ ਤੁਸੀਂ ਉਚਿਤ ਕੱਪੜੇ, ਐਨਕਾਂ, ਦਸਤਾਨੇ ਅਤੇ ਬੂਟ ਪਾਏ ਹੋਣ। ਇਸ ਪ੍ਰਯੋਗ ਲਈ ਲੋੜੀਂਦੇ ਟੂਲਸ ਜਾਂ ਇਨਸਟਰੂਮੈਂਟਸ ਹੇਠ ਲਿਖੇ ਅਨੁਸਾਰ ਹਨ। ਹਰੇਕ ਐਮਮੀਟਰ 0 ਤੋਂ 5 ਐਂਪੀਅਰ ਅਤੇ 0 ਤੋਂ 10 ਐਂਪੀਅਰ, ਹਰੇਕ ਵੋਲਟਮੀਟਰ 0 ਤੋਂ 300 ਵੋਲਟ ਅਤੇ 0 ਤੋਂ 150 ਵੋਲਟ, ਪਾਵਰ ਫੈਕਟਰ ਮੀਟਰ 0.5 ਲੈਗ ਲੀਡ 250 ਵੋਲਟ। ਲੋੜੀਂਦੀ ਉਪਕਰਨ ਜਾਂ ਮਸ਼ੀਨਾਂ ਹਨ। ਸਟਾਰਟਰ ਅਤੇ ਲੋਡਿੰਗ ਵਿਵਸਥਾ 240 ਵੋਲਟ 50 ਹਰਟਜ਼, 1 ਹਾਰਸ ਪਾਵਰ ਵਾਲੀ ਇੰਡਕਸ਼ਨ ਮੋਟਰ, ਆਟੋ ਟਰਾਂਸਫਾਰਮਰ 0 ਤੋਂ 270 ਵੋਲਟ 5 ਐਂਪੀਅਰ 50 ਹਰਟਜ਼। ਸਿੰਗਲ ਫੇਸ ਟਰਾਂਸਫਾਰਮਰ 115 ਬਾਈ 230 ਵੋਲਟ 1 ਕਿਲੋ ਵੋਲਟ ਐਂਪੀਅਰ 50 ਹਰਟਜ਼। ਲੈਂਪ ਲੋਡ ਬੈਂਕ 1.5 ਕਿਲੋਵਾਟ 240 ਵੋਲਟ 5 ਐਂਪੀਅਰ। ਲੋੜੀਂਦੇ ਹੋਰ ਮਟੀਰੀਅਲਸ ਹਨ। ਕਨੈਕਟਿੰਗ ਕੇਬਲ ਐਜ਼ ਰਿਕੁਆਇਰਡ 40 ਵਾਟਸ ਦੀ ਟਿਊਬ ਲਾਈਟ ਫਿਟਿੰਗ 10 ਨੰਬਰ, DPST ਸਵਿਚ 250 ਵੋਲਟ 16 ਐਂਪੀਅਰ 2 ਨੰਬਰ, SPT ਸਵਿਚ 6 ਐਂਪੀਅਰ 2 ਨੰਬਰ। ਇੱਕ ਟਰਾਂਸਫਾਰਮਰ ਇੱਕ ਸਟੈਟਿਕ ਇਲੈਕਟ੍ਰਿਕ ਡਿਵਾਈਸ ਹੈ ਜੋ ਬਿਨਾਂ ਫ੍ਰੀਕੁਐਂਸੀ ਅਤੇ ਪਾਵਰ ਦੇ ਬਦਲੇ ਇੱਕ ਸਰਕਟ ਤੋਂ ਦੂਜੇ ਸਰਕਟ ਵਿੱਚ ਇਲੈਕਟ੍ਰੋਨਿਕ એનર્ਜੀ ਨੂੰ ਟ੍ਰਾਂਸਫਰ ਕਰਦਾ ਹੈ। ਇੱਕ ਟਰਾਂਸਫਾਰਮਰ 2 ਸਰਕਟਸ ਅਤੇ ਇੱਕ ਆਮ ਮੈਗਨੈਟਿਕ ਫੀਲਡ ਦੇ ਵਿੱਚ ਮਿਊਚੁਅਲ ਇੰਡਕਸ਼ਨ ਦੇ ਸਿਧਾਂਤ ਤੇ ਕੰਮ ਕਰਦਾ ਹੈ। ਇੱਕ ਟਰਾਂਸਫਾਰਮਰ ਦੇ ਵਿੱਚ 2 ਸਟੇਸ਼ਨਰੀ ਵਾਈਂਡਿੰਗ ਹੁੰਦੀਆਂ ਹਨ, ਜਿਸ ਨੂੰ ਪ੍ਰਾਇਮਰੀ ਅਤੇ ਸੈਕੰਡਰੀ ਵਾਈਂਡਿੰਗ ਕਿਹਾ ਜਾਂਦਾ ਹੈ। ਪ੍ਰਾਇਮਰੀ ਟਰਾਂਸਫਾਰਮਰ ਦੀ ਇਨਪੁਟ ਸਾਈਡ ਹੈ, ਸੈਕੰਡਰੀ ਟਰਾਂਸਫਰ ਦੀ ਆਊਟਪੁੱਟ ਸਾਈਡ ਹੈ। ਇੱਕ ਟਰਾਂਸਫਾਰਮਰ ਦਾ ਇਸਤੇਮਾਲ ਆਮ ਤੌਰ ਤੇ 2 ਸਰਕਟ ਦੇ ਵਿੱਚ ਵੋਲਟੇਜ ਲੈਵਲ ਨੂੰ ਘੱਟ ਸਟੈਪ ਡਾਊਨ ਜਾਂ ਵਧਾਉਣ ਸਟੈਪ ਅਪ ਲਈ ਕੀਤਾ ਜਾਂਦਾ ਹੈ। ਟਰਾਂਸਫਾਰਮਰ ਫੈਰਾਡੇ ਦੇ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਦੇ ਨਿਯਮਾਂ ਦੇ ਸਿਧਾਂਤ ਤੇ ਕੰਮ ਕਰਦਾ ਹੈ, ਜੋ ਇੱਕ ਇਲੈਕਟ੍ਰਿਕ ਸਰਕਟ ਅਤੇ ਇੱਕ ਮੈਗਨੈਟਿਕ ਫੀਲਡ ਵਿਚਕਾਰ ਸੰਬੰਧਾਂ ਦੀ ਵਿਆਖਿਆ ਕਰਦੇ ਹਨ। ਇਹ ਕਾਨੂੰਨ ਜ਼ਿਆਦਾਤਰ ਬਿਜਲੀ ਮੋਟਰਾਂ, ਜਨਰੇਟਰਾਂ, ਟਰਾਂਸਫਾਰਮਰਾਂ, ਇੰਡਕਟਰਾਂ ਆਦਿ ਦੀ ਬੁਨਿਆਦੀ ਕਾਰਜ ਸਿਧਾਂਤ ਹੈ। ਇਹ ਦੱਸਦਾ ਹੈ ਜਦੋਂ ਵੀ ਇੱਕ ਕੰਡਕਟਰ ਨੂੰ ਇੱਕ ਵੱਖੋ-ਵੱਖਰੇ ਮੈਗਨੈਟਿਕ ਫੀਲਡ ਵਿੱਚ ਰੱਖਿਆ ਜਾਂਦਾ ਹੈ ਤਾਂ ਇੱਕ EMF ਕੰਡਕਟਰ, ਜਿਸ ਨੂੰ ਇੰਡਿਊਸਡ EMF ਕਿਹਾ ਜਾਂਦਾ ਹੈ, ਵਿੱਚ ਇੰਡਿਊਸ ਹੋ ਜਾਂਦਾ ਹੈ ਅਤੇ ਜੇਕਰ ਕੰਡਕਟਰ ਵਿੱਚ ਬੰਦ ਸਰਕਟ ਹੈ ਤਾਂ ਇਸ ਵਿੱਚੋਂ ਇੰਡਿਊਸਡ ਕਰੰਟ ਵਹਿੰਦਾ ਹੈ। ਨਾਲ ਹੀ ਫੈਰਾਡੇ ਦਾ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਦਾ ਸੈਕੰਡ ਲਾਅ ਦੱਸਦਾ ਹੈ ਕਿ ਪ੍ਰੇਰਿਤ ਵੋਲਟੇਜ ਦੀ ਤੀਬਰਤਾ ਕੋਇਲ ਵਿੱਚ ਫਲਕਸ ਲਿੰਕੇਜ ਦੀ ਤਬਦੀਲੀ ਦੀ ਦਰ ਦੇ ਸਿੱਧੇ ਅਨੁਪਾਤੀ ਹੈ। ਫੈਰਾਡੇ ਦੇ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਦੇ ਨਿਯਮ ਦੇ ਅਨੁਸਾਰ ਜਦੋਂ ਇੱਕ ਟਰਾਂਸਫਾਰਮਰ ਦੀ ਪ੍ਰਾਇਮਰੀ ਵਿੰਡਿੰਗ ਨੂੰ AC ਸਪਲਾਈ ਦਿੱਤੀ ਜਾਂਦੀ ਹੈ ਤਾਂ ਟਰਾਂਸਫਾਰਮਰ ਦੇ ਕੋਰ ਵਿੱਚ ਇੱਕ ਵਿਕਲਪਿਕ ਮੈਗਨੈਟਿਕ ਫਲਕਸ ਸਥਾਪਿਤ ਹੁੰਦਾ ਹੈ ਜੋ ਸੈਕੰਡਰੀ ਵਿੰਡਿੰਗ ਨੂੰ ਜੋੜਦਾ ਹੈ। ਮੈਗਨੈਟਿਕ ਫਲਕਸ ਵਿੱਚ ਇਹ ਤਬਦੀਲੀ ਸੈਕੰਡਰੀ ਕੋਇਲ ਵਿੱਚ ਇੱਕ EMF ਨੂੰ ਇੰਡਿਊਸ ਕਰਦਾ ਹੈ। ਜਦੋਂ ਇੱਕ ਲੋਡ ਸੈਕੰਡਰੀ ਕੋਇਲ ਨਾਲ ਜੁੜਿਆ ਹੁੰਦਾ ਹੈ ਤਾਂ ਇੱਕ AC ਕਰੰਟ ਸਰਕਟ ਵਿੱਚੋਂ ਵਹਿਣਾ ਸ਼ੁਰੂ ਹੋ ਜਾਂਦਾ ਹੈ।
ਇੱਥੇ ਟਰਾਂਸਫਾਰਮਰ ਨਾਲ ਜੁੜਿਆ ਲੋਡ ਇੱਕ ਲੈਂਪ ਹੈ ਅਤੇ ਇਹ ਉਦੋਂ ਚਮਕਦਾ ਹੈ ਜਦੋਂ ਸੈਕੰਡਰੀ ਕੋਇਲ ਵਿੱਚੋਂ ਇੱਕ AC ਕਰੰਟ ਵਹਿੰਦਾ ਹੈ। ਫੈਰਾਡੇ ਦਾ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਦਾ ਦੂਜਾ ਨਿਯਮ ਦੱਸਦਾ ਹੈ ਕਿ ਇੰਡਿਊਸਡ EMF ਦਾ ਮੈਗਨੀਟਿਊਡ ਕੋਇਲ ਦੇ ਨਾਲ ਫਲਕਸ ਲਿੰਕੇਜ ਦੀ ਤਬਦੀਲੀ ਦੀ ਦਰ ਦੇ ਬਰਾਬਰ ਹੈ ਅਤੇ ਫਲਕਸ ਲਿੰਕੇਜ ਕੋਇਲ ਦੇ ਨਾਲ ਸੰਬੰਧਿਤ ਫਲਕਸ ਅਤੇ ਟਰਨ ਦੀ ਸੰਖਿਆ ਦੇ ਪ੍ਰੋਡਕਟ ਹਨ। ਇਹ ਨਿਯਮ ਦੇ ਅਨੁਸਾਰ ਟਰਾਂਸਫਾਰਮਰ ਦੇ ਆਉਟਪੁੱਟ ਨੂੰ ਸੈਕੰਡ ਵਾਈਂਡਿੰਗ ਦੀ ਟਰਨ ਦੀ ਸੰਖਿਆ ਦੇ ਅਨੁਸਾਰ ਸਟੈਪ ਅਪ ਜਾਂ ਸਟੈਪ ਡਾਊਨ ਕੀਤਾ ਜਾ ਸਕਦਾ ਹੈ। ਜੇਕਰ ਸੈਕੰਡਰੀ ਟਰਨਸ ਪ੍ਰਾਇਮਰੀ ਟਰਨਸ ਦੀ ਗਿਣਤੀ ਤੋਂ ਵੱਧ ਹਨ ਤਾਂ ਇਸ ਨੂੰ ਸਟੈਪ ਅਪ ਟਰਾਂਸਫਾਰਮਰ ਕਿਹਾ ਜਾਂਦਾ ਹੈ। ਜੇਕਰ ਸੈਕੰਡਰੀ ਟਰਨਸ ਪ੍ਰਾਇਮਰੀ ਟਰਨਸ ਦੀ ਗਿਣਤੀ ਤੋਂ ਘੱਟ ਹਨ ਤਾਂ ਇਸ ਨੂੰ ਸਟੈਪ ਡਾਊਨ ਕਿਹਾ ਜਾਂਦਾ ਹੈ। ਅਸੀਂ ਦਿੱਤੇ ਸਿੰਗਲ ਫੇਸ ਟਰਾਂਸਫਾਰਮਰ ਦੇ ਵੋਲਟੇਜ ਰੈਗੂਲੇਸ਼ਨ ਦੀ ਜਾਂਚ ਕਰਨ ਜਾ ਰਹੇ ਹਾਂ। ਵੋਲਟੇਜ ਰੈਗੂਲੇਸ਼ਨ ਕੀ ਹੈ? ਵੋਲਟੇਜ ਰੈਗੂਲੇਸ਼ਨ ਉਹ ਮਾਪ ਹੈ ਕਿ ਇੱਕ ਟਰਾਂਸਫਾਰਮਰ ਕਿੰਨੀ ਚੰਗੀ ਤਰ੍ਹਾਂ ਕੰਮ ਕਰ ਸਕਦਾ ਹੈ। ਇਹ ਪਰਿਵਰਤਨਸ਼ੀਲ ਲੋਡਾਂ ਲਈ ਸਥਿਰ ਵੋਲਟੇਜ ਪ੍ਰਦਾਨ ਕਰਨ ਲਈ ਟਰਾਂਸਫਾਰਮਰ ਦੀ ਯੋਗਤਾ ਨੂੰ ਨਿਰਧਾਰਤ ਕਰਦਾ ਹੈ। ਆਮ ਤੌਰ ਤੇ ਇੱਕ ਟਰਾਂਸਫਾਰਮਰ ਆਪਣੀ ਪੂਰੀ ਤਰ੍ਹਾਂ ਲੋਡ ਹੋਣ ਦੀ ਸਥਿਤੀ ਨਾਲੋਂ ਬਿਨਾਂ ਲੋਡ ਦੀ ਸਥਿਤੀ ਵਿੱਚ ਇੱਕ ਆਉਟਪੁੱਟ ਵੋਲਟੇਜ ਪ੍ਰਦਾਨ ਕਰਦਾ ਹੈ। ਕਿਉਂਕਿ ਲੋਡ ਕੀਤੀ ਸਥਿਤੀ ਵਿੱਚ ਇੱਕ ਟਰਾਂਸਫਾਰਮਰ ਦਾ ਆਉਟਪੁੱਟ ਵੋਲਟੇਜ ਥੋੜਾ ਘਟ ਜਾਂਦਾ ਹੈ। ਵੋਲਟੇਜ ਦੀ ਪਰਿਵਰਤਨ ਲੋਡ ਅਤੇ ਇਸ ਦੇ ਪਾਵਰ ਫੈਕਟਰ ਤੇ ਨਿਰਭਰ ਕਰਦੀ ਹੈ। ਟਰਾਂਸਫਾਰਮਰ ਦਾ ਵੋਲਟੇਜ ਰੈਗੂਲੇਸ਼ਨ ਟਰਾਂਸਫਾਰਮਰ ਨੋ ਲੋਡ ਅਤੇ ਪੂਰੇ ਲੋਡ ਆਉਟਪੁੱਟ ਵੋਲਟੇਜ ਅਤੇ ਇਸ ਦੀ ਪੂਰੀ ਲੋਡ ਆਉਟਪੁੱਟ ਵੋਲਟੇਜ ਦੇ ਵਿਚਕਾਰ ਅੰਤਰ ਦਾ ਅਨੁਪਾਤ ਹੈ ਜੋ ਪਰਸੈਂਟੇਜ ਵਜੋਂ ਦਰਸਾਇਆ ਗਿਆ ਹੈ। ਬਿਹਤਰ ਪ੍ਰਦਰਸ਼ਨ ਲਈ ਵੋਲਟੇਜ ਰੈਗੂਲੇਸ਼ਨ ਘੱਟ ਹੋਣਾ ਚਾਹੀਦਾ ਹੈ। ਭਾਵ ਵੋਲਟੇਜ ਰੈਗੂਲੇਸ਼ਨ ਵੱਧ ਟਰਾਂਸਫਾਰਮਰ ਦੀ ਕੁਸ਼ਲਤਾ ਅਤੇ ਪ੍ਰਦਰਸ਼ਨ ਸਭ ਤੋਂ ਮਾੜਾ ਹੋਵੇਗਾ। ਟਰਾਂਸਫਾਰਮਰ ਦੇ ਨੇਮ ਪਲੇਟ ਵੇਰਵਿਆਂ ਨੂੰ ਨੋਟ ਕਰੋ, ਜਿਵੇਂ ਕਿ HT ਸਾਈਡ ਵੋਲਟੇਜ, LT ਸਾਈਡ ਵੋਲਟੇਜ, KVA, ਫ੍ਰੀਕੁਐਂਸੀ, ਕੂਲਿੰਗ ਟਾਈਪ ਆਦਿ। ਦਿਖਾਏ ਅਨੁਸਾਰ ਸਰਕਟ ਨੂੰ ਕਨੈਕਟ ਕਰੋ। ਇੱਕ ਆਟੋ ਟਰਾਂਸਫਾਰਮਰ ਦੀ ਵਰਤੋਂ ਇਨਪੁਟ ਵੋਲਟੇਜ ਨੂੰ ਬਦਲਣ ਲਈ ਕੀਤੀ ਜਾਂਦੀ ਹੈ। ਐਮਮੀਟਰ ਅਤੇ ਵੋਲਟਮੀਟਰ ਉਸ ਅਨੁਸਾਰ ਪ੍ਰਾਇਮਰੀ ਅਤੇ ਸੈਕੰਡਰੀ ਕਰੰਟ ਅਤੇ ਵੋਲਟੇਜ ਨੂੰ ਮਾਪਣ ਲਈ ਜੋੜੇ ਹੋਏ ਹਨ। ਸਰਕਟ ਵਿੱਚ ਲੋਡ L 250 ਵੋਲਟ ਤੇ 4 60 ਵਾਟ ਲੈਂਪ ਹੈ। ਲੋਡ L1 ਇੱਕ HP ਇੰਡਕਸ਼ਨ ਮੋਟਰ ਹੈ। ਵੱਖ-ਵੱਖ ਲੋਡਾਂ ਨੂੰ ਜੋੜ ਕੇ ਵੋਲਟ ਵਿੱਚ ਸੈਕੰਡਰੀ ਟਰਮੀਨਲ ਵਿੱਚ ਵੋਲਟੇਜ ਦੀ ਰੀਡਿੰਗ ਲਵੋ। ਬਿਨਾਂ ਕਿਸੇ ਲੋਡ ਦੇ ਵੋਲਟੇਜ V0 ਨੂੰ ਟੇਬਲ ਵਿੱਚ ਦਰਜ ਕੀਤਾ ਜਾਂਦਾ ਹੈ। ਸਵਿਚ ਔਨ ਕਰੋ। ਇੱਕ ਲੈਂਪ ਜਿਸ ਨੂੰ ਲੋਡ ਦਾ 25% ਮੰਨਿਆ ਜਾਂਦਾ ਹੈ। ਟੇਬਲ ਵਿੱਚ ਸੈਕੰਡਰੀ ਵੋਲਟੇਜ VS ਨੋਟ ਕਰੋ। ਇਸੇ ਤਰ੍ਹਾਂ 50%, 75% ਅਤੇ 100% ਲੋਡ ਨਾਲ ਵੋਲਟੇਜ VS ਟੇਬਲ ਵਿੱਚ ਦਰਜ ਕੀਤੀ ਜਾਂਦੀ ਹੈ। ਸੈਕੰਡਰੀ ਟਰਮੀਨਲ ਵੋਲਟੇਜ ਨੂੰ 100 ਨਾਲ ਗੁਣਾ ਕਰਕੇ ਵੰਡੇ ਗਏ ਵੋਲਟੇਜ ਦੇ ਬਦਲਾਅ ਦੇ ਰੂਪ ਵਿੱਚ ਨਿਯਮ ਤੇ ਪਰਸੈਂਟ ਦੀ ਗਣਨਾ ਕਰੋ। ਟੇਬਲ ਵਿੱਚ ਨਿਯਮ ਰਿਕਾਰਡ ਕਰੋ। L ਅਤੇ L1 ਲੋਡ ਨੂੰ ਮਿਲਾ ਕੇ ਲੋਡ ਨੂੰ ਬਦਲੋ। ਹੌਲੀ-ਹੌਲੀ ਮਿਕਸਡ ਲੋਡ ਵਧਾਓ ਅਤੇ ਸੈਕੰਡਰੀ ਟਰਮੀਨਲ ਵੋਲਟੇਜ ਅਤੇ ਪਾਵਰ ਫੈਕਟਰ ਨੂੰ ਮਾਪੋ। ਉਹਨਾਂ ਨੂੰ ਟੇਬਲ ਵਿੱਚ ਰਿਕਾਰਡ ਕਰੋ। ਪਾਵਰ ਫੈਕਟਰ ਮੀਟਰ ਤੋਂ ਪਾਵਰ ਫੈਕਟਰ ਮੁੱਲਾਂ ਨੂੰ ਪੜੋ ਅਤੇ ਰਿਕਾਰਡ ਕਰੋ। ਰਿਕਾਰਡ ਕੀਤੇ ਮੁੱਲਾਂ ਲਈ ਵੋਲਟੇਜ ਰੈਗੂਲੇਸ਼ਨ ਦੀ ਗਣਨਾ ਕਰੋ। ਜਦੋਂ ਪਾਵਰ ਫੈਕਟਰ ਬਦਲਦਾ ਹੈ ਤਾਂ PF ਅਤੇ ਪਰਸੈਂਟੇਜ ਨਿਯਮ ਦੇ ਵਿਚਕਾਰ ਸੰਬੰਧ ਦੀ ਜਾਂਚ ਕਰੋ। ਇੱਥੇ ਵੱਖ-ਵੱਖ ਲੋਡ ਅਤੇ ਪਾਵਰ ਫੈਕਟਰਸ ਦਾ ਸਿੰਗਲ ਫੇਸ ਟਰਾਂਸਫਾਰਮਰ ਦੇ ਵੋਲਟੇਜ ਰੈਗੂਲੇਸ਼ਨ ਨੂੰ ਨਿਰਧਾਰਿਤ ਕਰਨ ਦੇ ਐਕਸਰਸਾਈਜ਼ ਖਤਮ ਹੁੰਦੀ ਹੈ। ਮੈਂ ਉਮੀਦ ਕਰਦੀ ਹਾਂ ਇਸ ਐਕਸਰਸਾਈਜ਼ ਵਿੱਚ ਤੁਸੀਂ ਸਿੱਖ ਲਿਆ ਹੈ। ਲੋਡ ਅਤੇ ਪਾਵਰ ਫੈਕਟਰ ਨੂੰ ਮਾਪਣ ਲਈ ਢੁਕਵੇਂ ਯੰਤਰਾਂ ਨਾਲ ਟਰਾਂਸਫਾਰਮਰ ਨੂੰ ਜੋੜੋ। ਪ੍ਰਾਇਮਰੀ ਅਤੇ ਸੈਕੰਡਰੀ ਪਾਸਿਆਂ ਵਿੱਚ ਯੰਤਰਾਂ ਦੀ ਰੀਡਿੰਗ ਤੋਂ ਸਿੰਗਲ ਫੇਸ ਟਰਾਂਸਫਾਰਮਰ ਦੇ ਨਿਯਮ ਦੀ ਗਣਨਾ ਕਰੋ। ਦੇਖਣ ਲਈ ਧੰਨਵਾਦ। ਅਗਲੇ ਸੈਸ਼ਨ ਵਿੱਚ ਮਿਲਦੇ